ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਚਿੱਟੀ ਦਾੜੀ ਦਾ ਵਿਸ਼ਵਾਸ, ਇਸ ਦੇ ਉੱਪਰ ਆਪਣੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਵੈਸੇ ਤਾਂ ਇਨਸਾਨ ਦੀ ਕੋਸ਼ਿਸ਼ ਸਦਾ ਹੀ ਰਹਿੰਦੀ ਆ ਕਿ ਉਹ ਸਦਾ ਜਵਾਨ ਹੋਵੇ ਅਤੇ ਆਪਣੀ ਜਵਾਨੀ ਨੂੰ ਲੰਮੇ ਸਿਰ ਤੱਕ ਉਹ ਕਾਇਮ ਰੱਖਣ ਵਾਸਤੇ ਇਨਸਾਨ ਆਪਣੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਖੁਰਾਕਾਂ ਦਾ ਇਸਤੇਮਾਲ ਕਰਦਾ, ਕਈ ਤਰ੍ਹਾਂ ਦੇ ਕੈਮੀਕਲ ਜਾਂ ਦਵਾਈਆਂ ਦਾ ਇਸਤੇਮਾਲ ਕਰਦਾ। ਪਰ ਗੁਰਬਾਣੀ ਦੇ ਜਿਹੜੇ ਵਚਨ ਆ ਉਹ ਸਦਾ ਅਟੱਲ ਵਾ ਕਿ ਬਾਲ ਜਵਾਨੀ ਔਰ ਵਿਰਧ ਫੁਨ ਤੀਨ ਅਵਸਥਾ ਜਾਣ, ਕਿ ਤਿੰਨ ਅਵਸਥਾ ਤਾਂ ਹਰੇਕ ਇਨਸਾਨ ਦੇ ਉੱਤੇ ਘਟਣੀਆਂ। ਉਹ ਕੀ ਆ? ਅਗਰ ਬਚਪਨ ਆਇਆ ਤਾਂ ਫਿਰ ਜਵਾਨੀ ਵੀ ਆਏਗੀ, ਅਗਰ ਜਵਾਨੀ ਆਈ ਤਾਂ ਫਿਰ ਬੁਢਾਪਾ ਵੀ ਆਏਗਾ। ਸੋ ਬੁਢਾਪਾ ਨਾ ਆਵੇ, ਹਰੇਕ ਜਿਹੜਾ ਹੈ ਨਾ ਇਨਸਾਨ ਆ ਉਹਦੇ ਮਨ ਦੇ ਵਿੱਚ ਇਹ ਚਿੰਤਾ ਬਣੀ ਰਹਿੰਦੀ ਹੈ। ਪਰ ਜਿਹੜਾ ਬੁਢਾਪਾ ਹੈਗਾ ਦੋਨਾਂ ਅਵਸਥਾ ਦੇ ਨਾਲੋਂ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਸਤਿਕਾਰਯੋਗ ਮੰਨਿਆ ਜਾਂਦਾ ਹੈ। ਅਤੇ ਇਹਦੇ ਬੁਢਾਪੇ ਦੇ ਵਿੱਚ ਸਤਿਕਾਰ ਦੀ ਜਿਹੜੀ ਨਿਸ਼ਾਨੀ ਆ ਨਾ ਉਹ ਹੈ ਸਫੇਦ ਦਾੜੀ। ਇਹ ਜਿਹੜੀ ਹੈ ਨਾ ਚਿੱਟੀ ਦਾੜੀ ਹੈ, ਜਿਹਨੂੰ ਅਸੀਂ ਧੌਲੇ ਜਿਹੜੀ ਹੈਗੀ ਆ ਉਹ ਦਾੜੀ ਆਖ ਦਿੰਦੇ ਹਾਂ। ਸੋ ਇਹ ਜਿਹੜੀ ਦਾੜੀ ਹੈ ਨਾ ਇਹ ਮੇਨ ਵਿਸ਼ਵਾਸ ਦਾ ਕਾਰਨ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਬਣਦੀ ਹੈਗੀ ਆ। ਅਤੇ ਦੂਸਰੀ ਗੁਰਮਤਿ ਦੀ ਜਿਹੜੀ ਹੈ ਇਹਦੇ ਅੰਦਰ ਇਹ ਸਿਕਸ਼ਾ ਮਿਲਦੀ ਆ ਕਿ ਕਾਲੀ ਜਿਨੀ ਨਾ ਰਾਬਿਆ ਧੌਲੇ ਰਾਬੇ ਕੋਏ, ਕਰ ਸਾਇੰਸੋਂ ਪਿਰਹੜੀ ਰੰਗ ਨਵੇਲਾ ਹੋਏ। ਫਰੀਦਾ ਕਾਲੀ ਜਿਨੀ ਨਾ ਰਾਬਿਆ, ਜਿਨ੍ਹਾਂ ਨੇ ਜਵਾਨੀ ਵਿੱਚ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ, ਧੌਲੀ ਰਾਬੇ ਕੋਏ। ਪਰ ਬੁਢਾਪੇ ਵਿੱਚ ਅਗਰ ਕੋਈ ਜੁੜਦਾ ਹੈ ਨਾ ਅਤੇ ਉਹਦੇ ਨਾਲ ਫਿਰ ਜਿਹੜਾ ਪਰਮੇਸ਼ਰ ਦੇ ਨਾਲ ਨਹੀਂ ਪਿਆਰ ਬਣਦਾ ਹੈਗਾ ਉਸ ਚਿੱਟੀ ਦਾੜੀ ਦੇ ਸਦਕਾ, ਉਹ ਜਿਹੜਾ ਪਿਆਰ ਹੈ ਨਾ ਉਹ ਬਿਲਕੁਲ ਨਵਾਂ ਨਵੇਲਾ ਹੁੰਦਾ ਹੈਗਾ। ਸੋ ਉਹ ਜਿਹੜੀ ਹੈ ਨਾ ਨਵੀਂ ਅੰਦਰ ਮਿਠਾਸ ਆਉਂਦੀ ਆ, ਤਰੰਗ ਆਉਂਦੀ ਆ, ਇੱਕ ਰੰਗ ਬਸੰਤ ਦਾ ਚੜ੍ਹਦਾ ਹੈਗਾ, ਉਹਦਾ ਇੱਕ ਆਪਣਾ ਹੀ ਵੱਖਰਾ ਹੁਲਾਰਾ ਹੁੰਦਾ ਹੈਗਾ। ਸੋ ਇਸ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਕਾਲੀ ਹੂੰ ਧੌਲੇ ਕਰੇ ਚੱਲਣਾ ਜਾਣ ਨਿਸ਼ਾਨ ਸੰਭਾਲੇ, ਕਿ ਜਿਹੜੀ ਕਾਲੀ ਦਾੜੀ ਆ, ਕਾਲੇ ਵਾਲ ਹਨ, ਉਹਨੂੰ ਵਾਹਿਗੁਰੂ ਧੌਲੇ ਕਾਹਤੇ ਕਰਦਾ ਹੈ? ਉਹ ਸਾਨੂੰ ਇੱਕ ਚੀਜ਼ ਦਾ ਸੰਦੇਸ਼ ਦਿੰਦਾ ਹੈ, ਪੈਗਾਮ ਦਿੰਦਾ ਹੈ ਕਿ ਤੈਂ ਇਸ ਸੰਸਾਰ ਤੋਂ ਹੁਣ ਸਮਾਂ ਆ ਕੇ ਕੂਚ ਕਰ ਜਾਣਾ ਹੈਗਾ। ਅਤੇ ਜਦੋਂ ਮੌਤ ਦਾ ਸਮਾਂ ਜਿਹੜਾ ਉਹ ਨੇੜੇ ਆਉਂਦਾ ਫਿਰ ਜ਼ਰੂਰੀ ਆ ਕਿ ਇਨਸਾਨ ਨੂੰ ਇਸ ਸਮੇਂ ਦੀ ਤਿਆਰੀ ਵੀ ਨਾਲ ਕਰਨੀ ਚਾਹੀਦੀ ਆ। ਅਤੇ ਉਹਨੂੰ ਆਪਣੀਆਂ ਜਿਹੜੀਆਂ ਨਾ ਪੁਰਾਣੀਆਂ ਰੁਚੀਆਂ ਹੈਗੀਆਂ, ਜੋ ਭੋਗ ਵਿਲਾਸਾਂ ਦੇ ਵਿੱਚ ਉਹਦੀਆਂ ਖੂਬੀਆਂ ਹੋਈਆਂ ਹੈ, ਉਹਨਾਂ ਨੂੰ ਹੌਲੀ ਹੌਲੀ ਘਟਾ ਕੇ ਇਹਨਾਂ ਤੋਂ ਪੂਰਨ ਅਪਰਾਮ ਹੋ ਕੇ ਅਤੇ ਨਾਮ ਭਜਨ ਸਿਮਰਨ, ਜਿਹਦੇ ਵਾਸਤੇ ਉਹ ਇਸ ਸੰਸਾਰ ਜਗਤ ਦੇ ਵਿੱਚ ਆਇਆ ਹੈ ਨਾ, ਉਹਨੂੰ ਹੁਣ ਪਹਿਲ ਦੇ ਆਧਾਰ 'ਤੇ ਲੈਣਾ ਚਾਹੀਦਾ ਹੈਗਾ। ਕਿਉਂਕਿ ਨਾਮ ਤੋਂ ਬਿਨਾਂ ਜਿਹੜਾ ਹੈਗਾ ਉਹ ਕੋਈ ਵੀ ਹੀਲਾ ਵਸੀਲਾ ਸਾਧਨ, ਦੁਨੀਆ ਦੇ ਰੰਗ ਤਮਾਸ਼ੇ, ਜਾਣੀ ਜੋ ਵੀ ਕੁਛ ਵਾ ਹੈ ਨਾ ਸਾਰਾ ਇੱਕ ਝੂਠ ਦਾ ਤਮਾਸ਼ਾ ਹੈ। ਅਤੇ ਕੇਵਲ ਨਾਮ ਇਨਸਾਨ ਦਾ ਜਿਹੜਾ ਹੈ ਨਾ ਇਹ ਸਭ ਤੋਂ ਜ਼ਿਆਦਾ ਪ੍ਰਧਾਨ ਹੈਗਾ। ਅਤੇ ਇਸ ਕਰਕੇ ਇਹ ਦਾੜੀ ਜਿਹੜੀ ਹੈ ਨਾ ਇਹ ਸਤਿਕਾਰ ਦਾ ਰੂਪ ਹੈ। ਵਾਹਿਗੁਰੂ ਦੇ ਦਰ ਤੱਕ ਇੱਕ ਪਹੁੰਚਣ ਦੀ ਜਿਹੜੀ ਹੈ ਨਾ ਵਾਹਿਗੁਰੂ ਜੀ ਦੀ ਨਿਸ਼ਾਨੀ ਬਣਾਈ ਹੈ ਕਿ ਇਹ ਜੋ ਸ਼ਖਸ ਹੈਗਾ ਇਹ ਆਪ ਦੇਵ ਰੂਪ ਹੋ ਕੇ ਪਰਮੇਸ਼ਰ ਤੱਕ ਪਹੁੰਚ ਕਰੇਗਾ। ਧੌਲੀ ਚਿੱਟੀ ਦਾੜੀ ਦਾ ਭਾਵ ਹੀ ਇਹ ਹੈ ਕਿ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਨਿਰਦੋਸ਼ ਹੈ। ਸੋ ਇਹ ਜਿਹੜੀ ਹੈ ਨਾ ਝਲਕ ਹੈਗੀ ਆ ਗੁਰਸਿੱਖ ਦੇ ਵਿੱਚੋਂ ਮਿਲਦੀ ਹੈਗੀ ਆ। ਇਹ ਵਾਹਿਗੁਰੂ ਜੀ ਨੂੰ ਬੜੀ ਪਿਆਰੀ ਆ। ਆਪਾਂ ਇਹਦੇ ਹੈ ਨਾ ਥੋੜ੍ਹੇ ਜਿਹੇ ਅਗਰ ਪ੍ਰਮਾਣ ਦੇਖ ਲੈਂਦੇ ਹਾਂ, ਜਿਵੇਂ ਇੱਕ ਇਤਿਹਾਸਕ ਪ੍ਰਮਾਣ ਵੀ ਆਪਾਂ ਦੇਖਦੇ ਹਾਂ ਕਿ ਇੱਕ ਸਿੱਖ ਜਿਹੜੀ ਬੜੀ ਸੁੰਦਰ ਕਾਲੀ ਦਾੜੀ ਸੀਗੀ, ਉਹ ਕਲਗੀਧਰ ਮਹਾਰਾਜ ਦਰਸ਼ਨ ਵਾਸਤੇ ਆਉਂਦਾ ਸੀ ਅਤੇ ਮਹਾਰਾਜ ਉਹਨੂੰ ਹਮੇਸ਼ਾ ਆਪਣੇ ਅੱਗੇ ਬਿਠਾਉਂਦੇ ਸੀ। ਪਰ ਸਮਾਂ ਪਾ ਕੇ ਉਹਦੇ ਜਦ ਪਹਿਲੀ ਵਾਰ ਇਸ ਕਾਲੀ ਦਾੜੀ ਦੇ ਅੰਦਰ ਧੌਲੇ ਆਏ ਅਤੇ ਉਹਨੇ ਜਦ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਤੱਕਿਆ ਅਤੇ ਮਨ ਦੇ ਵਿੱਚ ਇਹ ਵਿਚਾਰ ਆਈ ਆ ਕਿ ਮੇਰੀ ਸੁੰਦਰ ਦਾੜੀ ਕਰਕੇ, ਸੁੰਦਰ ਸਰੂਪ ਕਰਕੇ ਮਹਾਰਾਜ ਮੈਨੂੰ ਸਭ ਤੋਂ ਅੱਗੇ ਬਿਠਾਉਂਦੇ ਆ, ਪਰ ਹੁਣ ਜਿਹੜੀ ਮੇਰੀ ਦਾੜੀ ਦੇ ਵਿੱਚ ਇੱਕ ਦੋ ਧੌਲੇ ਆ ਗਏ, ਇਹਨਾਂ ਧੌਲਿਆਂ ਦੇ ਕਰਕੇ ਮੇਰਾ ਜਿਹੜਾ ਰੂਪ ਆ ਉਹ ਕਰੂਪ ਹੋਣ ਲੱਗ ਪਿਆ। ਅਤੇ ਸ਼ਾਇਦ ਹੋ ਸਕਦਾ ਕਿ ਮਹਾਰਾਜ ਜਿਹੜੇ ਹੈਗੇ ਆ ਉਹਨਾਂ ਨੂੰ ਮੇਰਾ ਰੂਪ ਪਸੰਦ ਨਾ ਆਵੇ। ਸੋ ਉਸੇ ਹੀ ਨੌਜਵਾਨ ਨੇ ਜਿਹੜੇ ਜਦੋਂ ਧੌਲੇ ਜਿਹੜੇ ਸੀਗੇ ਉਹ ਪੱਟ ਕੇ ਆਪਣੇ ਆਪ ਦੇ ਵਿੱਚ ਜਿਹੜਾ ਮਨ ਦਾ ਸ਼ਿੰਗਾਰ ਕੀਤਾ, ਇਹ ਸ਼ਿੰਗਾਰ ਉਹਨੇ ਆਪਣੇ ਮਨ ਦਾ ਕਰਕੇ ਜਦ ਗੁਰੂ ਸਾਹਿਬ ਦੇ ਸਾਹਮਣੇ ਆਇਆ ਅਤੇ ਮਹਾਰਾਜ ਨੇ ਉਸ ਨੂੰ ਆਪਣੇ ਜਿਹੜਾ ਸੀਗਾ ਉਹ ਮੱਥੇ ਵੀ ਨਹੀਂ ਲਾਇਆ ਸੀਗਾ।
ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਫਿਰ ਜਦ ਉਹਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਿੱਥੇ ਮਹਾਰਾਜ ਮੈਨੂੰ ਰੋਜ਼ ਬਿਠਾਉਂਦੇ ਸੀ, ਅੱਜ ਮੇਰੇ ਵੱਲ ਤੱਕਿਆ ਨਹੀਂ, ਮੈਨੂੰ ਬੁਲਾਇਆ ਨਹੀਂ, ਮੈਨੂੰ ਜਿਹੜਾ ਹੈਗਾ ਮਹਾਰਾਜ ਨੇ ਆਪਣੇ ਮੱਥੇ ਨਹੀਂ ਲਾਇਆ। ਫਿਰ ਉਸ ਨੇ ਜਿਹੜਾ ਸੀਗਾ ਜਦ ਮਹਾਰਾਜ ਤੋਂ ਬਹੁਤ ਅਧੀਨਗੀ ਨਾਲ ਪੁੱਛਿਆ ਤਾਂ ਫਿਰ ਮਹਾਰਾਜ ਨੇ ਕਿਹਾ ਸੀਗਾ ਕਿ ਅਸੀਂ ਤੇਰੇ ਅੰਦਰ ਜਿਹੜੇ ਹਨ ਦੋ ਪਹਿਲਾਂ ਸਫੇਦ ਧੌਲੇ ਸੀਗੇ, ਇਹਨਾਂ ਧੌਲਿਆਂ ਦੇ ਕਰਕੇ ਤੇਰਾ ਸਤਿਕਾਰ ਕਰਦੇ ਸੀਗੇ, ਪਰ ਅੱਜ ਤਾਂ ਇਹ ਜਿਹੜੇ ਹਨ ਸਫੇਦ ਦਾੜੀ ਦੇ ਧੌਲੇ ਹੈਗੇ ਆ, ਇਹਨਾਂ ਨੂੰ ਕੱਟ ਕੇ ਆਪਣੇ ਆਪ ਨੂੰ ਕਰੂਪ ਬਣਾ ਲਿਆ ਹੈਗਾ, ਜਿਸ ਨੂੰ ਤੂੰ ਆਪਣੇ ਮਨ ਦਾ ਸ਼ਿੰਗਾਰ ਸਮਝਦਾ ਹੈਗਾ। ਇਹ ਜਿਹੜੀ ਕਰੂਪੀ ਹੈਗੀ ਆ, ਇਹ ਪਰਮੇਸ਼ਰ ਨੂੰ ਨਹੀਂ ਪਾਉਂਦੀ। ਭਾਵ ਕੀ ਆ, ਜੋ ਕੁਦਰਤ ਦੇ ਕਾਨੂੰਨ ਅਟੱਲ ਵਾ ਉਹਨਾਂ ਉੱਤੇ ਗੁਰਸਿੱਖ ਨੂੰ ਪੂਰਾ ਉਤਰਨਾ ਚਾਹੀਦਾ ਹੈ। ਇਹ ਮਹਾਰਾਜ ਦਾ ਸੰਦੇਸ਼ਾ ਹੈਗਾ। ਦੂਸਰਾ ਆਪਾਂ ਪ੍ਰਮਾਣਿਕ ਭਾਈ ਸਰਦਾਰ ਰਘਵੀਰ ਸਿੰਘ ਵੀਰ ਹੋਣਾ ਦਾ ਆਪਾਂ ਜ਼ਿੰਦਗੀ ਦਾ ਲੈਂਦੇ ਹਾਂ। ਉਹ ਦੱਸਦੇ ਸੀ ਕਿ ਇੱਕ ਸਮੇਂ ਜਦੋਂ ਮੈਂ ਕੇਸੀ ਇਸ਼ਨਾਨ ਕਰਕੇ ਆਪਣੇ ਘਰ ਦੇ ਵਿੱਚ ਕੁਰਸੀ 'ਤੇ ਬੈਠਾ ਹੋਇਆ ਸੀ, ਉਹਨਾਂ ਟਾਈਮਾਂ ਦੇ ਵਿੱਚ ਮੇਰੇ ਜਿਹੜੇ ਸੀਗੇ ਜਵਾਈ ਅਤੇ ਮੇਰੀ ਬੇਟੀ ਜਦ ਮੈਨੂੰ ਮਿਲਣ ਆਏ, ਉਹਨਾਂ ਨੇ ਜਦ ਮੇਰਾ ਸਫੇਦ ਚਿੱਟਾ ਦਾੜਾ ਜਿਹੜਾ ਸੀਗਾ ਉਹ ਤੱਕਿਆ ਅਤੇ ਮੇਰੇ ਮੂਹਰੇ ਬੜੇ ਅਦਬ ਦੇ ਨਾਲ ਜਿਹੜੇ ਸੀ ਉਹ ਖੜ੍ਹੇ ਹੋ ਗਏ। ਜਦ ਇਸ ਤਰ੍ਹਾਂ ਖੜ੍ਹੇ ਹੋਏ, ਕਹਿੰਦੇ ਮੈਂ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਖੜ੍ਹੇ ਆ, ਅਤੇ ਉਹਨਾਂ ਦੋਨਾਂ ਨੇ ਕਹਿੰਦੇ ਫਿਰ ਮੈਨੂੰ ਆਖਿਆ ਸੀਗਾ ਕਿ ਤੁਹਾਡੀ ਜਿਹੜੀ ਸਫੇਦ ਚਿੱਟੀ ਜਿਹੜੀ ਖੁੱਲ੍ਹੀ ਦਾੜੀ ਹੈ ਨਾ, ਇਹ ਸਾਨੂੰ ਬਹੁਤ ਸੁੰਦਰ ਨਜ਼ਰ ਆ ਰਹੀ ਹੈ। ਕਹਿੰਦੇ ਖੈਰ ਫਿਰ ਜਦੋਂ ਮੈਂ ਜਦ ਅੰਦਰ ਗਿਆ, ਜਦ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਇਸ ਹਾਲਤ ਦੇ ਵਿੱਚ ਤੱਕਿਆ ਹੈ ਨਾ, ਫਿਰ ਉਸ ਟਾਈਮ ਜਿਹੜੀ ਮੇਰੀ ਮਨ ਦੇ ਵਿਚਾਰ ਆਈ ਕਿ ਸਫੇਦ ਸੁੰਦਰ ਲੰਬੀ ਦਾੜੀ ਜਿਹੜੀ ਹੈ ਨਾ, ਇਹਦੇ ਵਿੱਚ ਮੈਨੂੰ ਕਿਸੇ ਚੰਗੇ ਗੁਰਸਿੱਖ ਦੇ ਦਿਦਾਰੇ ਹੋਏ। ਉਸ ਤੋਂ ਬਾਅਦ ਸਰਦਾਰ ਰਘਵੀਰ ਸਿੰਘ ਵੀਰ ਹੁਣੀ ਕਹਿੰਦੇ ਸੀ ਕਿ ਮੈਂ ਮੁੜ ਕੇ ਫਿਰ ਕਦੀ ਦਾੜੀ ਵੀ ਨਹੀਂ ਬੰਨੀ, ਅਤੇ ਸਫੇਦ ਸੁੰਦਰ ਅਤੇ ਜਿਹੜੀ ਭਰਮੀ ਦਾੜੀ ਦਾ ਜਿਹੜਾ ਮੇਰਾ ਰੋਹਬ ਆ ਨਾ, ਉਹ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਇੱਕ ਬੱਬਰ ਸ਼ੇਰ ਦੀ ਜਿਹੜੀ ਤਾਕਤ ਹੈਗੀ ਆ ਉਹ ਮੇਰੇ ਅੰਦਰ ਜਮ੍ਹਾਂ ਹੋ ਗਈ ਆ। ਸੋ ਦੂਸਰਾ ਕੀ ਹੈ ਕਿ ਇਹ ਇੱਕ ਸਤਿਕਾਰ ਦਾ ਰੂਪ ਵੀ ਹੈ ਦੁਨੀਆ ਦੇ ਅੰਦਰ। ਇਹਦਾ ਵੀ ਪ੍ਰਮਾਣ ਸਰਦਾਰ ਰਘਵੀਰ ਸਿੰਘ ਵੀਰ ਹੁਣੇ ਦਿੱਤਾ ਸੀ ਕਿ ਇੱਕ ਵਾਰ ਕਲਕੱਤੇ ਵਿੱਚ ਕਹਿੰਦੇ ਮੈਂ ਕਿਸੇ ਵੱਡੇ ਸ਼ੌਪ ਤੋਂ, ਦੁਕਾਨ ਤੋਂ, ਮਾਰਕੀਟ ਤੋਂ ਕੋਈ ਸਮਾਨ ਖਰੀਦਣਾ ਚਾਹੁੰਦਾ ਸੀ, ਪਰ ਉਸ ਮਾਰਕੀਟ ਦੇ ਸਾਹਮਣੇ ਇੱਕ ਬੜੀ ਜਿਹੜੀ ਲੰਬੀ ਲਾਈਨ ਲੱਗੀ ਸੀ ਅਤੇ ਸਾਰੇ ਸੱਜਣ ਆਪਣੀ ਲਾਈਨ ਦਾ ਜਿਹੜਾ ਉਹ ਖੜ੍ਹ ਕੇ ਇੰਤਜ਼ਾਰ ਕਰ ਰਹੇ ਸੀ। ਪਰ ਜਦੋਂ ਕਹਿੰਦੇ ਅਸੀਂ ਗਏ ਤਾਂ ਸਾਡਾ ਸਫੇਦ ਲੰਮਾ ਅਤੇ ਸੁੰਦਰ ਜਿਹੜਾ ਸੀ ਉਹ ਪ੍ਰਕਾਸ਼ ਰੂਪ ਦਾੜਾ ਦੇਖ ਕੇ ਹੈ ਨਾ, ਕਹਿੰਦੇ ਸਾਰੇ ਜਿੰਨੇ ਲੈਣ ਵਾਲੇ ਸੀ ਉਹ ਸਾਰੇ ਬੜੇ ਅਦਬ ਦੇ ਨਾਲ ਖਲੋ ਗਏ। ਅਤੇ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਦੇਖਦੇ ਸਾਰੇ ਹੀ ਉਹਨਾਂ ਦੇ ਅੰਦਰ ਇੰਨਾ ਸਤਿਕਾਰ ਹੋਇਆ ਕਿ ਸਾਰੀ ਲੈਣ ਦੇ ਜਿੰਨੇ ਵੀ ਜਿਹੜੇ ਇਨਸਾਨ ਸੀ, ਚਾਹੇ ਔਰਤਾਂ ਸੀ, ਚਾਹੇ ਬੱਚੇ, ਚਾਹੇ ਮਰਦ ਸੀ, ਸਭ ਨੇ ਆਦਰ ਸਤਿਕਾਰ ਦੇ ਨਾਲ ਮੈਨੂੰ ਇਹ ਕਿਹਾ ਕਿ ਸਰਦਾਰ ਜੀ ਤੁਸੀਂ ਸਭ ਤੋਂ ਅੱਗੇ ਜਾਓ, ਅੱਗੇ ਜਾ ਕੇ ਪਹਿਲਾਂ ਸਮਾਨ ਖਰੀਦੋ। ਸੋ ਕਹਿੰਦੇ ਵੀ ਜਦੋਂ ਮੈਂ ਅੰਦਰ ਸਮਾਨ ਖਰੀਦਣ ਗਿਆ, ਪਰ ਮੈਂ ਮਨ 'ਚ ਸੋਚਦਾ ਸੀਗਾ ਕਿ ਅੱਜ ਅਗਰ ਮੈਂ ਲੈਣ 'ਚ ਲੱਗਾ ਹੁੰਦਾ ਤਾਂ ਮੈਨੂੰ ਸਮਾਨ ਖਰੀਦਣ ਵਾਸਤੇ ਜਿਹੜਾ ਸੀਗਾ ਬੜਾ ਜ਼ਿਆਦਾ ਸਮਾਂ ਲੱਗ ਜਾਣਾ ਸੀਗਾ। ਪਰ ਇਹ ਜਿਹੜਾ ਕੁਦਰਤ ਵੱਲੋਂ, ਧੰਨ ਗੁਰੂ ਨਾਨਕ ਸਾਹਿਬ ਵੱਲੋਂ ਬਖਸ਼ਿਆ ਹੋਇਆ ਚਿੱਟਾ ਪ੍ਰਕਾਸ਼ ਦਾੜਾ ਹੈ ਨਾ, ਇਹਦੇ ਸਤਿਕਾਰ ਦੇ ਵਜੋਂ ਅੱਜ ਤਾਂ ਮੇਰਾ ਟਾਈਮ ਵੀ ਬਚਿਆ। ਦੂਸਰਾ ਕੀ ਹੈ ਕਿ ਮੇਰਾ ਇਹਨਾਂ ਲੋਕਾਂ ਦੇ ਵਿੱਚ ਸਤਿਕਾਰ ਵੀ ਵਧਿਆ। ਫਿਰ ਕਹਿੰਦੇ ਮੈਂ ਸਮਾਨ ਖਰੀਦ ਕੇ ਜਦ ਮੁੜਦੇ ਹੀ ਬਾਹਰ ਉੱਥੋਂ ਦੀ ਲੰਘਿਆ ਅਤੇ ਜਿੰਨੇ ਵੀ ਲੋਕ ਖੜ੍ਹੇ ਸੀ ਫਿਰ ਉਸੇ ਤਰ੍ਹਾਂ ਅਦਬ ਦੇ ਨਾਲ ਮੇਰੇ ਵੱਲ ਦੇਖਣ ਲੱਗੇ, ਪਰ ਆਉਂਦੇ ਟਾਈਮ ਮੈਂ ਸਭ ਦਾ ਜਿਹੜਾ ਸੀ ਨਾ ਉਹ ਧੰਨਵਾਦ ਕੀਤਾ ਸੀਗਾ। ਇਸ ਤਰ੍ਹਾਂ ਇੱਕ ਹੈ ਨਾ ਆਪਣੇ ਗੁਲਾਟੀਏ ਸਿੰਘ ਹੋਇਆ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਬੜਾ ਅਹਿਮ ਜਿਹੜਾ ਹੈਗਾ ਉਹ ਜਿਹੜਾ ਯੋਗਦਾਨ ਜਿਹੜਾ ਨਿਭਾਇਆ ਹੈ। ਉਹ ਜੋ ਆਜ਼ਾਦੀ ਘੁਲਾਟੀਏ ਦੇ ਵਿੱਚ ਉਹਨਾਂ ਨੇ ਆਪਣੀ ਜੋ ਸੇਵਾ ਜਿਹੜੀ ਅਰਪਣ ਕੀਤੀ ਆ, ਉਹਦੇ ਵਿੱਚ ਉਹਨਾਂ ਨੂੰ ਜਿਹੜਾ ਸੀਗਾ ਬ੍ਰਿਟਿਸ਼ ਗੌਰਮੈਂਟ ਨੇ ਫਾਂਸੀ ਜਿਹੜੀ ਸੀਗੀ ਉਹਦਾ ਐਲਾਨ ਕੀਤਾ ਸੀਗਾ। ਸੋ ਉਹ ਜਿਹੜੇ ਸੱਜਣ ਸੀ ਹੈ ਨਾ, ਉਹਨਾਂ ਦੀ ਦਾੜੀ ਵੀ ਸਫੇਦ ਸੀਗੀ। ਜਦ ਸਫੇਦ ਸੀ ਅਤੇ ਜਦੋਂ ਉਹਨਾਂ ਦੇ ਪੋਸਟਰ ਲੱਗੇ ਸੀ ਅਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਹਮਦਰਦ ਸੀਗੇ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣੀ ਜਿਹੜੀ ਸਫੇਦ ਦਾੜੀ ਹੈ ਨਾ ਇਹਨੂੰ ਕਾਲੀ ਕਰ ਲਓ, ਤਾਂ ਜੋ ਤੁਹਾਡੀ ਜਿਹੜੀ ਪਛਾਣ ਵਾ ਉਹ ਬ੍ਰਿਟਿਸ਼ ਗੌਰਮੈਂਟ ਜਿਹੜੀ ਹੈਗੀ ਆ ਉਹਦੇ ਸਿਪਾਹੀ ਨਾ ਕਰਨ ਸਕਣ। ਪਰ ਸਿੱਖ ਨੇ ਜਿਹੜਾ ਸੀ ਉਸ ਟਾਈਮ ਸਭ ਨੂੰ ਇਹ ਜਵਾਬ ਦਿੱਤਾ ਸੀਗਾ ਕਿ ਇਹ ਜਿਹੜੀ ਮੇਰੀ ਚਿੱਟੀ ਸੁੰਦਰ ਦਾੜੀ ਹੈ ਨਾ, ਮੈਂ ਬ੍ਰਿਟਿਸ਼ ਗੌਰਮੈਂਟ ਦੇ ਡਰ ਦੇ ਨਾਲ ਸਫੇਦ ਨਹੀਂ ਕਰਨੀ, ਕਿਉਂਕਿ ਇਹ ਦਾੜੀ ਮੇਰੀ ਨਹੀਂ, ਇਹ ਦਾੜੀ ਕਲਗੀਧਰ ਮਹਾਰਾਜ ਨੇ ਮੈਨੂੰ ਬਖਸ਼ੀ ਆ। ਅਗਰ ਮੈਂ ਇਸ ਦਾੜੀ ਨੂੰ ਦਾਗ ਲਾਵਾਂਗਾ ਕਾਲਾ, ਤਾਂ ਫਿਰ ਇਹ ਜਿਹੜਾ ਦਾਗ ਹੈਗਾ ਨਾ ਫਿਰ ਮੇਰੇ ਗੁਰੂ ਨੂੰ ਜਾ ਲੱਗੇਗਾ। ਸੋ ਮੈਂ ਇਹ ਕੰਮ ਨਹੀਂ ਕਰਨਾ। ਦੇਖੋ ਉਹਨਾਂ ਨੇ ਇਸੇ ਤਰ੍ਹਾਂ ਹੀ ਆਪਣੀ ਸੁੰਦਰ ਸਫੇਦ ਦਾੜੀ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਖਾਤਰ ਜਿਹੜੀ ਸੀ ਨਾ ਆਪਣੀ ਫਾਂਸੀ ਦੇ ਫੰਦੇ ਨੂੰ ਚੁੰਮਿਆ ਸੀਗਾ। ਸੋ ਇਸ ਤਰ੍ਹਾਂ ਨਾ ਬਹੁਤ ਸਾਰੇ ਜਿਹੜੇ ਹੈ ਨਾ ਗੁਰਸਿੱਖ ਹੈਗੇ ਆ। ਜਿਵੇਂ ਇੱਕ
ਗੁਰਸਿੱਖ ਦਾਸ ਨੂੰ ਦੱਸਦੇ ਸੀ ਕਿ ਉਹਨਾਂ ਦੀ ਅਜੇ ਉਮਰ ਬੜੀ ਛੋਟੀ ਹੈ, ਤਕਰੀਬਨ 27-28 ਸਾਲ ਦੇ ਕਰੀਬ ਆ, ਜਦ ਕਿ 27-28 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਕਾਲੀ ਦਾੜੀ ਸੀ ਹੈ ਨਾ ਉਹ ਪੂਰੀ ਸਫੇਦ ਹੋ ਗਈ ਆ। ਪਰ ਕਹਿੰਦੇ ਉਹ ਮੈਨੂੰ ਦੱਸਦੇ ਸੀ ਕਿ ਉਹਨਾਂ ਨੇ ਨਾ ਕਈ ਵਾਰ ਮਨ ਦੇ ਵਿੱਚ ਸੋਚਿਆ ਹੈਗਾ ਕਿ ਅਜੇ ਮੇਰੀ ਸ਼ਾਦੀ ਨਹੀਂ ਹੋਈ ਅਤੇ ਹੁਣ ਕੀ ਕੀਤਾ ਜਾਵੇ। ਕਈਆਂ ਸੱਜਣਾ ਨੇ ਉਹਨਾਂ ਨੂੰ ਖਾਸ ਕਰਕੇ ਰਿਸ਼ਤੇਦਾਰਾਂ ਨੇ ਜਿਹੜੀ ਸੀ ਇਹ ਸਲਾਹ ਦਿੱਤੀ ਸੀ ਕਿ ਤੇਰੀ ਅਜੀ ਉਮਰ ਕੀ ਹੈ, ਅਗਰ ਤੂੰ ਦਾੜੀ ਕੱਟਣੀ ਨਹੀਂ ਹੈ ਤਾਂ ਫਿਰ ਤੂੰ ਇਸ ਤਰ੍ਹਾਂ ਕਰਕੇ ਇਸ ਦਾੜੀ ਨੂੰ ਬਸਮਾ ਜਾਂ ਕਾਲਾ ਜਿਹੜਾ ਹੈਗਾ ਕੋਈ ਕੈਮੀਕਲ ਵਰਤ ਕੇ ਕਾਲੀ ਰੱਖ। ਪਰ ਉਹਨਾਂ ਸੱਜਣਾ ਨੇ ਕਿਹਾ ਸੀਗਾ ਕਿ ਮੈਂ ਆਪਣੀ ਦਾੜੀ ਨੂੰ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਵਰਤ ਕੇ ਕਾਲਾ ਨਹੀਂ ਕਰਨਾ ਹੈਗਾ। ਅਗਰ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਜੋ ਵੀ ਕੁਛ ਹਾਸਲ ਹੋਏਗਾ ਹੈ ਨਾ ਉਹ ਕਲਗੀਧਰ ਮਹਾਰਾਜ ਦੀ ਪ੍ਰਸੰਨਤਾ ਦੇ ਨਾਲ ਹੋਏਗਾ। ਅਗਰ ਮੈਨੂੰ ਨੌਕਰੀ ਮਿਲੇਗੀ ਤਾਂ ਉਹ ਵੀ ਉਹਨਾਂ ਦੀ ਬਦੌਲਤ ਬਖਸ਼ਿਸ਼ ਦੇ ਅਨੁਸਾਰ ਮਿਲੇਗੀ, ਤਾਂ ਅਗਰ ਮੇਰੀ ਸ਼ਾਦੀ ਵੀ ਹੋਏਗੀ ਹੈ ਨਾ ਤਾਂ ਵੀ ਇਸ ਸਫੇਦ ਦਾੜੀ ਸੁੰਦਰਤਾ ਦੇ ਸਦਕੇ ਵੀ ਮੇਰੀ ਸ਼ਾਦੀ ਹੋ ਜਾਏਗੀ। ਸੋ ਇਹੋ ਜਿਹੇ ਜਿਹੜੇ ਗੁਰਸਿੱਖ ਨੌਜਵਾਨ ਹਨ ਨਾ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਆ ਇਹ ਸਿੱਖ ਵਾਸਤੇ ਜਿਹੜੇ ਹੈਗੇ ਆ ਬੜਾ ਚਾਨਣ ਮਨਾਰਾ ਦਾ ਕੰਮ ਕਰਦੇ ਕਿ ਕਿਵੇਂ ਛੋਟੀ ਉਮਰ ਦੇ ਬੱਚੇ ਉਹਨਾਂ ਦੀ ਜਿਹੜੀ ਸਫੇਦ ਸੁੰਦਰ ਦਾੜੀ ਕੁਦਰਤ ਵੱਲੋਂ ਆਈ ਸੀ ਅਤੇ ਉਹਨਾਂ ਨੇ ਆਪਣੀ ਇਸ ਸਫੇਦ ਦਾੜੀ ਦੇ ਉੱਤੇ ਜਿਹੜਾ ਸੀਗਾ ਉਹ ਦ੍ਰਿੜਤਾ ਨਾਲ ਪਹਿਰਾ ਦਿੱਤਾ ਸੀਗਾ। ਅਤੇ ਇਹ ਗੱਲ ਜਿਹੜੀ ਸੀ ਦਾਸ ਨੂੰ ਵੀ ਬੜੇ ਮਾਣ ਨਾਲ ਆਖੀ ਸੀਗੀ ਕਿ ਇਸ ਸਫੇਦ ਦਾੜੀ ਦੇ ਸਦਕੇ ਹੀ ਹੈ ਨਾ ਉਹ ਸੱਜਣ ਜਿਹੜੇ ਹੈਗੇ ਆ ਉਹ ਆਪਣੇ ਜੀਵਨ ਦੇ ਵਿੱਚ ਆਤਮਿਕ ਤਰੱਕੀ ਵੀ ਕਰਨਗੇ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਵੀ ਰਹਿਣਗੇ। ਜਿਵੇਂ ਦਾਸ ਨੇ ਇੱਕ ਵਾਰ ਦੱਸਿਆ ਸੀਗਾ ਕਿ ਉਹਨਾਂ ਦੇ ਜਿਹੜੇ ਸੀਗੇ ਉਹ ਆਬੂ ਧਾਬੀ ਦੇ ਅੰਦਰ ਇੱਕ ਗੁਰਸਿੱਖ ਸੀਗੇ ਜਿਨ੍ਹਾਂ ਦਾ ਬੜਾ ਸੁੰਦਰ ਅਤੇ ਸਫੇਦ ਦਾੜਾ ਸੀਗਾ ਅਤੇ ਉਹ ਕੀਰਤਨ ਵੀ ਬਹੁਤ ਮਿੱਠਾ ਕਰਦੇ ਸੀਗੇ। ਇੰਨਾ ਸੁੰਦਰ ਅਤੇ ਰਸੀਲਾ ਕੀਰਤਨ ਕਰਦੇ ਸੀਗੇ। ਉਹਨਾਂ ਨੇ ਇਸ ਧਾਰਮਿਕ ਕੀਰਤਨ ਨੂੰ ਆਪਣਾ ਜਿਹੜਾ ਸੀ ਉਹ ਪ੍ਰੋਫੈਸ਼ਨਲ ਜਿਹੜਾ ਅੰਗ ਨਹੀਂ ਸੀ ਬਣਾਇਆ, ਉਹ ਕੇਵਲ ਅਤੇ ਕੇਵਲ ਸੇਵਾ ਵਾਸਤੇ ਸੁੰਦਰ ਕੀਰਤਨ ਕਰਦੇ ਸੀ। ਅਤੇ ਉਹਨਾਂ ਨੇ ਵੀ ਇੱਕ ਵਾਰ ਦੱਸਿਆ ਸੀਗਾ ਕਿ ਇੱਕ ਵਾਰ ਬਾਜ਼ਾਰ ਦੇ ਵਿੱਚ ਜਦੋਂ ਸਬਜ਼ੀ ਖਰੀਦਣ ਆਇਆ ਕਿਵੇਂ ਇੱਕ ਮੁਸਲਮਾਨ ਸ਼ੇਖ ਅਤੇ ਉਸ ਦੀ ਜਿਹੜੀ ਪਤਨੀ ਬੁਰਕੇ ਦੇ ਵਿੱਚ ਸੀਗੀ, ਉਹਨਾਂ ਨੇ ਉਹਦੇ ਕੋਲ ਆ ਕੇ ਜਿਹੜੀ ਸੀ ਉਹ ਗੱਡੀ ਰੋਕੀ। ਉਹਦਾ ਸੁੰਦਰ ਅਤੇ ਸਫੇਦ ਦਾੜਾ ਜਿਹੜਾ ਸੀਗਾ ਉਹ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਕਿ ਉਸ ਸ਼ੇਖ ਨੇ ਜਦ ਉਹ ਸਰਦਾਰ ਦੇ ਸੁੰਦਰ ਦਾੜੇ ਨੂੰ ਚੁੰਮਿਆ, ਚੁੰਮ ਕੇ ਫਿਰ ਜਿਹੜਾ ਸੀਗਾ ਆਪਣੇ ਹੱਥ ਉੱਪਰ ਨੂੰ ਕਰਕੇ ਜੋ ਦੇ ਨਹੀਂ ਆਖਿਆ ਸੀਗਾ ਕਿ ਸੁਹਾਨ ਅੱਲਾ। ਅਤੇ ਜਦੋਂ ਉਹਨੇ ਇਹ ਸੁਹਾਨ ਅੱਲਾ ਆਖਿਆ ਸੀਗਾ ਅਤੇ ਫਿਰ ਉਸ ਦੀ ਧਰਮ ਪਤਨੀ ਨੇ ਵੀ ਆਪਣਾ ਜਿਹੜਾ ਬੁਰਕਾ ਸੀਗਾ ਉਹ ਪਿੱਛੇ ਹਟਾ ਕੇ ਫਿਰ ਉਹਦੇ ਸੁੰਦਰ ਦਾੜੇ ਨੂੰ ਚੁੰਮਿਆ ਸੀਗਾ। ਚੁੰਮ ਕੇ ਫਿਰ ਉੱਪਰ ਨੂੰ ਜਿਹੜੀਆਂ ਆਪਣੀਆਂ ਬਾਹਾਂ ਲਾਰ ਕੇ ਭਰੇ ਬਾਜ਼ਾਰ ਦੇ ਵਿੱਚ ਆਖਿਆ ਸੀਗਾ ਸੁਹਾਨ ਅੱਲਾ। ਉਹ ਕਹਿੰਦੇ ਵੀ ਇਹ ਜਿਹੜੀ ਘਟਨਾ ਸੀ ਜਦੋਂ ਮੇਰੇ ਨਾਲ ਵਾਪਰੀ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗੀ, ਪਰ ਜਦੋਂ ਉਹ ਇੰਨੀ ਗੱਲ ਕਹਿ ਕੇ ਦੋਵੇਂ ਜਿਹੜੇ ਸੀਗੇ ਉਹ ਪਤੀ ਪਤਨੀ ਆਪਣੀ ਗੱਡੀ ਦੇ ਵਿੱਚ ਗਏ ਆ ਅਤੇ ਗੱਡੀ ਦਾ ਜਿਹੜਾ ਨੰਬਰ ਸੀਗਾ ਉਸ ਤੋਂ ਕਹਿੰਦੇ ਸਾਨੂੰ ਪਤਾ ਲੱਗਦਾ ਸੀਗਾ ਕਿ ਬਿਲਕੁਲ ਛੋਟਾ ਨੰਬਰ ਸੀਗਾ। ਇਹ ਨੰਬਰ ਕਿਸੇ ਰਾਇਲ ਫੈਮਿਲੀ ਦਾ ਸੀਗਾ ਜਿਹੜੀ ਸਿੱਖਾਂ ਦੇ ਵਿੱਚ ਗਿਣੀ ਜਾਂਦੀ ਆ, ਵੱਡੇ ਸਿੱਖਾਂ ਦੇ ਅੰਦਰ। ਪਰ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਸਾਰੀ ਜਿਹੜੀ ਜੋ ਕਰਾਮਾਤ ਹੈ, ਜੋ ਅੱਜ ਪ੍ਰਸੰਨਤਾ, ਜੋ ਸਤਿਕਾਰ ਮੈਨੂੰ ਆਬੂ ਧਾਬੀ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਲੋਕਾਂ ਦੇ ਸਾਹਮਣੇ ਪ੍ਰਾਪਤ ਹੋਇਆ, ਇਹ ਸੁੰਦਰ ਅਤੇ ਸਫੇਦ ਦਾੜੀ ਦੇ ਸਦਕੇ ਹੀ ਹੋਇਆ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜਾ ਸਫੇਦ ਦਾੜੀ ਹੈ ਨਾ ਇਹ ਗੁਰਸਿੱਖ ਦਾ ਨਿਸ਼ਾਨ ਹੈ ਜੋ ਸਦਾ ਹੀ ਜਿਹੜਾ ਹੈ ਨਾ ਇਹਦੇ ਅੰਗ ਸੰਗ ਝੂਲਦਾ ਹੈ, ਇਹਦੇ ਨਾਲ ਜੁੜਿਆ ਹੈ ਅਤੇ ਇਹਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।